हेलो स्टूडेंट्स, ਅਸੀਂ कर रहे हैं क्लास 10th चैप्टर 5th AP सीरीज़ एक्सरसाइज चल रही है 5.3 जिस ਦੇ ਅਸੀਂ 17 ਕੁਐਸਚਨ ਕਰ ਚੁੱਕੇ ਹਾਂ ਤੇ ਅਸੀਂ ਕੁਐਸਚਨ ਕਰਨ ਜਾ ਰਹੇ ਆਪਣਾ ਕੁਐਸਚਨ ਨੰਬਰ 18। ਸੋ ਕੁਐਸਚਨ ਨੰਬਰ 18 ਦੇ ਵਿੱਚ ਤੁਹਾਡੇ ਕੋਲੇ ਕਿਸ ਤਰ੍ਹਾਂ ਦਾ ਸਪਾਇਰਲ ਜਿਹੜਾ ਕਿ ਦਿੱਤਾ ਗਿਆ ਹੈ। ਸੋ ਇਸ ਸਪਾਇਰਲ ਦੇ ਵਿੱਚ ਤੁਹਾਨੂੰ ਕੀ ਲਿਖਿਆ ਹੋਇਆ ਹੈ ਕਿ ਕੇਂਦਰ ਸਾਡੇ ਕੋਲ A ਤੋਂ ਸ਼ੁਰੂ ਕਰਦੇ ਹੋਏ, ਸੋ ਸਾਡੇ ਕੋਲ ਇੱਕ ਕੇਂਦਰ ਹੈ, ਕੇਂਦਰ ਜਾਂ ਸੈਂਟਰ ਸਾਡੇ ਕੋਲ ਦਿੱਤਾ ਗਿਆ ਹੈ A। ਇਹ ਸਾਡੇ ਕੋਲ ਕੇਂਦਰ ਦਿੱਤਾ ਗਿਆ ਜਿਸ ਤੋਂ ਸਪਾਇਰਲ ਬਣਨਾ ਜਿਹੜਾ ਕਿ ਸ਼ੁਰੂ ਹੁੰਦਾ ਹੈ। ਵਾਰੀ-ਵਾਰੀ ਨਾਲ A ਅਤੇ B ਨੂੰ ਕੇਂਦਰ ਮੰਨਦੇ ਹੋਏ, A ਅਤੇ B ਸਾਡੇ ਕੋਲ ਦੋਵੇਂ ਸਾਡੇ ਕੋਲ ਕੇਂਦਰ ਹੋਣਗੇ, A ਅਤੇ B, ਕੇਂਦਰ A ਅਤੇ B ਸਾਡੇ ਕੋਲ ਦੋ ਕੇਂਦਰ ਹੋਣਗੇ, ਜਾਂ ਤਾਂ ਕੇਂਦਰ A ਰਹੇਗਾ ਜਾਂ ਕੇਂਦਰ ਸਾਡੇ ਕੋਲ B ਬਣ ਜਾਏਗਾ। ਸੋ ਸਾਡੇ ਕੋਲ ਦੋ ਕੇਂਦਰ ਰਹਿੰਦੇ ਹਨ। ਅਰਧ ਵਿਆਸ 0.5 ਸੈਂਟੀਮੀਟਰ, ਸਾਡੇ ਕੋਲ 1 ਸੈਂਟੀਮੀਟਰ, 1.5 ਸੈਂਟੀਮੀਟਰ, 2 ਸੈਂਟੀਮੀਟਰ ਜਿਹੜਾ ਸਾਡੇ ਕੋਲ ਗਿਵਨ ਦਿੱਤਾ ਗਿਆ ਹੈ ਲਗਾਤਾਰ ਚੱਕਰਾਂ ਦੇ अर्ध ਚੱਕਰਾਂ ਨੂੰ ਜਿਹੜਾ ਕਿ ਦਰਸਾ ਰਿਹਾ ਹੈ। ਸੋ ਸਾਡੇ ਕੋਲ ਅਰਧ ਵਿਆਸ ਹਨ, ਅਰਧ ਵਿਆਸ 0.5 1.0 ਸੈਂਟੀਮੀਟਰ, 1.0 ਸੈਂਟੀਮੀਟਰ, 1.5 ਸੈਂਟੀਮੀਟਰ, 2.0 ਸੈਂਟੀਮੀਟਰ। ਸੋ ਇਸ ਤਰ੍ਹਾਂ ਜਿਹੜਾ ਸਾਡੇ ਕੋਲ ਅਰਧ ਵਿਆਸ ਜਿਹੜੇ ਕਿ ਉਹ ਅੱਗੇ ਤੋਂ ਅੱਗੇ ਜਿਹੜਾ ਸਪਾਇਰਲ ਚੱਲ ਰਿਹਾ ਤੇ ਸਾਡੇ ਕੋਲ ਇਸ ਤਰ੍ਹਾਂ ਚੱਲਦੇ ਰਹਿਣਗੇ। ਫਿਰ ਸਾਨੂੰ ਦਿੱਤਾ ਗਿਆ ਹੈ ਕਿ ਅਰਧ ਚੱਕਰਾਂ ਨੂੰ ਦਿਖਾਇਆ ਗਿਆ ਹੈ 13 ਲਗਾਤਾਰ ਅਰਧ ਚੱਕਰਾਂ ਤੋਂ ਬਣੇ। ਸੋ 13 ਦਿੱਤਾ ਗਿਆ, ਸਾਡੇ ਕੋਲ 13 ਜਿਹੜੇ ਸਾਡੇ ਕੋਲ ਸੈਮੀ ਸਰਕਲ ਬਣ ਰਹੇ ਹਨ। ਅਸੀਂ ਲਿਖਦੇ ਹਾਂ ਅਰਧ ਚੱਕਰਾਂ ਦੀ ਸੰਖਿਆ, ਨੰਬਰ ਆਫ ਸੈਮੀ ਸਰਕਲਸ। ਸੋ ਨੰਬਰ ਆਫ ਸੈਮੀ ਸਰਕਲ ਜਿਹੜੇ ਸਾਡੇ ਕੋਲ ਕਿੰਨੇ ਹਨ? 13 ਜਾਂ 13 ਸਾਡੇ ਕੋਲ ਜਿਹੜੇ ਕਿ ਗਿਵਨ ਦਿੱਤੇ ਗਏ ਹਨ। ਸੋ ਇਸ ਤਰ੍ਹਾਂ ਕੁੰਡਲ ਦਾ ਜਿਹੜਾ ਸਪਾਇਰਲ ਸਾਡੇ ਕੋਲ ਬਣ ਰਿਹਾ ਹੈ ਦੀ ਕੁੱਲ ਲੰਬਾਈ ਕੀ ਹੈ? ਸੋ ਇਸ ਦੀ ਅਸੀਂ ਕੁੱਲ ਜਿਹੜੀ ਲੰਬਾਈ ਹੈ ਅਸੀਂ ਉਹ ਜਿਹੜੀ ਕਿ ਪਤਾ ਕਰਨੀ ਹੈ। ਸੋ ਜਿਸ ਦੇ ਲਈ ਸਾਡੇ ਕੋਲ ਕੁੱਲ ਲੰਬਾਈ ਪਤਾ ਕਰਨ ਦੇ ਲਈ ਸੋ ਇਸ ਤਰ੍ਹਾਂ ਕੁੱਲ ਸਪਾਇਰਲ ਜਿਹੜਾ ਸਾਡੇ ਕੋਲ ਟੋਟਲ ਸਪਾਇਰਲ ਜਿਹੜਾ ਬਣ ਰਿਹਾ ਹੈ ਉਹਦੀ ਕੁੱਲ ਲੰਬਾਈ ਪਤਾ ਕਰਨ ਦੇ ਲਈ ਸਾਡੇ ਕੋਲ ਜਿੰਨੇ ਵੀ ਸਪਾਇਰਲ ਸਾਡੇ ਕੋਲ ਸੈਮੀ ਸਰਕਲਸ ਹਨ 13 ਹਨ, 13 ਹੀ ਅਰਧ ਚੱਕਰਾਂ ਦਾ ਜਿਹੜਾ ਸਾਨੂੰ ਕੀ ਲੰਬਾਈਆਂ ਦਾ ਪਤਾ ਹੋਣਾ ਚਾਹੀਦਾ ਹੈ, ਤਾਂ ਹੀ ਅਸੀਂ ਉਹਨਾਂ ਨੂੰ ਜੋੜ ਕੇ ਜਿਹੜਾ ਕਿ ਉਹ ਪਤਾ ਕਰ ਸਕਦੇ ਹਾਂ। ਜਿਸ ਦੇ ਲਈ ਸਾਡੇ ਕੋਲ ਅਰਧ ਵਿਆਸ ਦਿੱਤਾ ਹੋਇਆ ਹੈ, ਇੱਥੇ ਅਸੀਂ ਲਿਖਾਂਗੇ ਪਹਿਲੇ ਚੱਕਰ ਦਾ ਅਰਧ ਵਿਆਸ, ਇਸ ਤਰ੍ਹਾਂ ਦੂਜੇ ਚੱਕਰ ਦਾ ਅਰਧ ਵਿਆਸ ਸਾਡੇ ਕੋਲ, ਠੀਕ ਹੈ। ਫਿਰ ਸਾਡੇ ਕੋਲ ਤੀਜੇ ਚੱਕਰ ਦਾ ਅਰਧ ਵਿਆਸ ਦਿੱਤਾ ਗਿਆ ਹੈ, ਫਿਰ ਸਾਡੇ ਕੋਲ ਚੌਥੇ ਚੱਕਰ ਦਾ ਅਰਧ ਵਿਆਸ ਦਿੱਤਾ ਗਿਆ ਹੈ। ਸੋ ਇਸ ਤਰ੍ਹਾਂ ਸਾਡੇ ਕੋਲ ਅਸੀਂ 13 ਤੱਕ ਜਿਹੜਾ ਕਿ ਪਤਾ ਕਰਨਾ ਹੈ। ਸੋ ਇਹ ਸਾਡੇ ਕੋਲ ਅਰਧ ਵਿਆਸ ਦਿੱਤੇ ਗਏ ਹਨ। ਇਹ ਸਾਡੇ ਕੋਲ ਇੱਕ ਅਰਧ ਵਿਆਸ ਹੈ, ਅਰਧ ਚੱਕਰ ਹੈ। ਸੋ ਅਰਧ ਚੱਕਰ ਦੀ ਸਾਡੇ ਕੋਲ ਇਹ ਵਾਲੀ ਜਿਹੜੀ ਸਾਡੇ ਕੋਲ ਇੱਕ ਚਾਪ ਲੱਗੀ ਹੈ, ਇਸ ਦੀ ਲੰਬਾਈ ਕਿੰਨੀ ਹੈ, ਠੀਕ ਹੈ, ਇਹ ਅਸੀਂ ਪਤਾ ਕਰਨੀ ਹੈ। ਸਿਰਫ ਸਾਡੇ ਕੋਲ ਦਿੱਤਾ ਕੀ ਗਿਆ ਹੈ ਕਿ A to B ਤੱਕ ਸਾਡੇ ਕੋਲ ਲੰਬਾਈ ਕਿੰਨੀ, ਪਹਿਲਾਂ 0.5, ਫਿਰ ਇਹੀ ਸਾਡੇ ਕੋਲ 1 ਹੋ ਜਾਂਦੀ, ਫਿਰ ਇਹੀ 1.5 ਤੇ ਫਿਰ ਇਹੀ ਸਾਡੇ ਕੋਲ 2.0 ਸੈਂਟੀਮੀਟਰ ਜਿਹੜੀ ਕਿ ਹੋ ਜਾਂਦੀ ਹੈ। ਹੁਣ ਜੇਕਰ ਅਸੀਂ ਪੂਰੇ ਚੱਕਰ ਦੀ ਗੱਲ ਕਰੀਏ ਇਸ ਤਰ੍ਹਾਂ, ਤਾਂ ਇਹ ਪੂਰਾ ਚੱਕਰ ਸਾਡੇ ਕੋਲ ਹੁੰਦਾ ਹੈ ਹੁਣ ਦੇਖੋ ਅਸੀਂ ਜੇਕਰ ਇਸ ਤਰ੍ਹਾਂ ਇੱਕ ਅਰਧ ਚੱਕਰ ਬਣਾਉਂਦੇ ਹਾਂ ਤਾਂ ਇਸ ਅਰਧ ਚੱਕਰ ਦੇ ਵਿੱਚ ਸਾਡੇ ਕੋਲ A ਅਤੇ B ਇਹ ਅਰਧ ਵਿਆਸ ਦਿੱਤੇ ਗਏ ਹਨ। ਸੋ ਅਰਧ ਵਿਆਸ ਨੂੰ ਅਸੀਂ ਲਿਖਦੇ ਹਾਂ ਰੇਡੀਅਸ, ਜਿਸ ਨੂੰ ਅਸੀਂ R ਦੇ ਨਾਲ ਸ਼ੋ ਕਰਦੇ ਹਾਂ। ਇਹ ਸਾਡਾ ਰੇਡੀਅਸ ਹੈ। ਹੁਣ ਅਸੀਂ ਪਤਾ ਹੀ ਕਰਨਾ, ਅਸੀਂ ਇਹ ਵਾਲੀ ਜਿਹੜੀ ਚਾਪ ਦੀ ਲੰਬਾਈ ਹੈ ਇੰਨੀ ਉਹ ਪਤਾ ਕਰਨੀ ਹੈ। ਹੁਣ ਜੇਕਰ ਸਾਡੇ ਕੋਲ ਇਹ ਚੱਕਰ ਪੂਰਾ ਹੋ ਜਾਂਦਾ ਹੈ, ਮਤਲਬ ਕਿ ਇੱਕ ਸਾਡੇ ਕੋਲ ਕੰਪਲੀਟ ਚੱਕਰ ਹੋਵੇ, ਤਾਂ ਪੂਰੇ ਚੱਕਰ ਦਾ ਘੇਰਾ ਜਿਹੜਾ ਹੁੰਦਾ ਹੈ ਇਹ ਸਾਡੇ ਕੋਲ ਕੀ ਬਣ ਜਾਂਦਾ ਹੈ? ਪੈਰੀਮੀਟਰ, ਜਾਂ ਜਿਸ ਨੂੰ ਅਸੀਂ ਸਰਕਮਫਰੈਂਸ ਚੱਕਰ ਦੇ ਵਿੱਚ ਬੋਲਾਂਗੇ ਸਰਕਮਫਰੈਂਸ, ਚੱਕਰ ਦਾ ਘੇਰਾ। ਹੁਣ ਇਸ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਚੱਕਰ ਦਾ ਘੇਰਾ ਹੁੰਦਾ ਹੈ ਜਾਂ ਸਰਕਮਫਰੈਂਸ ਹੁੰਦਾ ਹੈ ਉਹ ਸਾਡੇ ਕੋਲ ਹੁੰਦਾ ਹੈ 2πr। ਹੁਣ ਇਹ ਤਾਂ ਹੋ ਗਿਆ ਪੂਰੇ ਚੱਕਰ ਦਾ ਘੇਰਾ, ਤੇ ਸਾਨੂੰ ਕੀ ਚਾਹੀਦਾ ਹੈ? ਅੱਧੇ ਚੱਕਰ ਦਾ ਘੇਰਾ ਚਾਹੀਦਾ ਹੈ, ਠੀਕ ਹੈ, ਅੱਧੇ ਦਾ ਚਾਹੀਦਾ। ਇਸ ਦਾ ਮਤਲਬ ਅਸੀਂ ਲਿਖਦੇ ਹਾਂ ਅਰਧ ਚੱਕਰ ਦਾ ਘੇਰਾ ਬਰਾਬਰ 2πr।
ਸੋ ਜਦੋਂ ਅੱਧ ਕਰਨਾ ਹੁੰਦਾ ਅਸੀਂ ਕਿਸੇ ਵੀ ਚੀਜ਼ ਦਾ ਹਾਫ ਕਰਦੇ ਹਾਂ ਤਾਂ ਅਸੀਂ ਡਿਵਾਈਡਡ ਬਾਈ ਕਿੰਨਾ ਕਰਦੇ ਹਾਂ 2 ਨੂੰ, ਤੇ ਅਸੀਂ 2 ਨਾਲ ਭਾਗ ਕਰਦੇ ਹਾਂ। 2 ਨਾਲ ਭਾਗ ਕੀਤਾ ਤਾਂ ਸਾਡੇ ਕੋਲ ਅੱਧ ਚੱਕਰ ਦਾ ਘੇਰਾ ਕਿੰਨਾ ਆ ਗਿਆ ਪਾਈ ਆਰ। ਹੁਣ ਸਾਡੇ ਕੋਲ ਪਹਿਲੇ ਅੱਧ ਚੱਕਰ ਦੀ ਜਿਹੜੀ ਲੰਬਾਈ ਆਏਗੀ ਉਹ ਕੀ ਹੋਗੀ ਪਾਈ ਆਰ, ਫਿਰ ਦੂਸਰੇ ਦੀ ਪਤਾ ਕਰਾਂਗੇ ਅਸੀਂ, ਫਿਰ ਤੀਸਰੇ ਦੀ ਕਰਾਂਗੇ। ਠੀਕ ਹੈ, ਸੋ ਇਸ ਲਈ ਪਹਿਲੇ ਅਰਧ ਚੱਕਰ ਦੀ ਲੰਬਾਈ ਜੋ ਸਾਡੇ ਕੋਲ ਆਉਂਦੀ ਹੈ ਪਾਈ ਆਰ ਕਿੰਨਾ ਸਾਡੇ ਕੋਲ 0.5 ਸੈਂਟੀਮੀਟਰ। ਫਿਰ ਸਾਡੇ ਕੋਲ ਇਸ ਤਰ੍ਹਾਂ ਹੀ ਦੂਜੇ ਅਰਧ ਚੱਕਰ ਦੀ ਲੰਬਾਈ ਉਹ ਸਾਡੇ ਕੋਲ ਆ ਗਈ ਪਾਈ 1.0 ਸੈਂਟੀਮੀਟਰ। ਇਸ ਤਰ੍ਹਾਂ ਸਾਡੇ ਕੋਲ ਤੀਸਰੇ ਦੀ ਆ ਜਾਏਗੀ ਪਾਈ 1.5 ਸੈਂਟੀਮੀਟਰ, ਚੌਥੇ ਦੀ ਜਾਏਗੀ ਪਾਈ 2.0 ਸੈਂਟੀਮੀਟਰ। ਤੇ ਇਸ ਤਰ੍ਹਾਂ ਹੀ ਅਸੀਂ ਕਿੱਥੇ ਪਹੁੰਚਣਾ ਹੈ, ਅਸੀਂ ਵੇਖਦੇ ਹਾਂ ਕਿ ਅਸੀਂ ਆਪਣੇ ਚੱਕਰ ਪਤਾ ਕਰਨੀ ਹੈ 13ਵੇਂ ਚੱਕਰ ਦੀ। ਸੋ 13ਵੇਂ ਅਰਧ ਚੱਕਰ ਦੀ ਲੰਬਾਈ, ਸੋ ਅਸੀਂ ਉਹ ਪਤਾ ਕਰਨੀ ਹੈ। ਸੋ ਉਹ ਵੇਖਦੇ ਹਾਂ ਕਿ ਸਾਡੇ ਕੋਲ 13ਵੇਂ ਅਰਧ ਚੱਕਰ ਜਿਹੜੀ ਲੰਬਾਈ ਹੈ ਕਿੰਨੀ ਆਉਂਦੀ ਹੈ। ਇਸ ਦਾ ਮਤਲਬ ਸਾਡੇ ਕੋਲ ਜਿਹੜੀ an ਹੈ ਲਾਸਟ ਟਰਮ ਉਹ ਸਾਡੇ ਕੋਲ 13 ਹੈ। ਇਹ 13 ਸਾਡੇ ਕੋਲ ਹੋਏਗੀ a ਪਲੱਸ n ਮਾਈਨਸ 1 d। ਹੁਣ ਦੇਖੋ a ਸਾਡੇ ਕੋਲ ਕੀ ਹੈ ਪਹਿਲੀ ਟਰਮ ਜੋ ਵੀ ਸਾਡੇ ਕੋਲ ਇੱਕ AP ਸੀਰੀਜ਼ ਬਣ ਰਹੀ ਹੈ, ਦੇਖੋ 0.5, ਫਿਰ ਅੱਧਾ ਵੱਧਦਾ ਸਾਡੇ ਕੋਲ 1 ਬਣ ਜਾਂਦਾ, ਫਿਰ ਹਾਫ ਵੱਧ ਰਿਹਾ ਸਾਡੇ ਕੋਲ 1.5 ਆਉਂਦਾ, ਫਿਰ ਹਾਫ ਵੱਧ ਰਿਹਾ ਸਾਡੇ ਕੋਲ 2.0 ਆ ਰਿਹਾ ਹੈ। ਸੋ ਇਸ ਦੇ ਵਿੱਚ ਅਸੀਂ ਇੱਕ ਤਾਂ a ਸਾਡੇ ਕੋਲ ਕੀ ਹੈ a ਦਿੱਤਾ ਗਿਆ a1 ਔਰ a ਸਾਡੇ ਕੋਲ a2, ਇਸ ਤਰ੍ਹਾਂ ਸਾਡੇ ਕੋਲ a3 a13 ਜਿਹੜੇ ਚੱਲਣਗੇ। ਹੁਣ ਅਸੀਂ d ਵੀ ਪ੍ਰਾਪਤ ਕਰਨਾ ਹੈ ਆਪਣਾ। d ਸਾਡਾ ਕਿੰਨਾ ਹੋਵੇਗਾ, d ਬਰਾਬਰ ਹੋਏਗਾ a2 ਮਾਈਨਸ a1 ਜੋ ਸਾਡੇ ਕਾ ਗਿਆ ਪਾਈ 1.5 1.0 ਮਾਈਨਸ ਪਾਈ 0.5। ਸੋ ਪਾਈ ਦੇ ਕੱਟੇ ਕੋ ਕਾਮਨ ਆ ਜਾਏਗਾ, ਸਾਡੇ ਕੋਲ ਰਹਿ ਗਿਆ 1 ਮਾਈਨਸ 0.5। ਸੋ ਇੱਕ ਦੇ ਵਿੱਚੋਂ ਅੱਧਾ ਮਾਈਨਸ ਕਰਦੇ ਆ, ਤੁਸੀਂ ਦੇਖੋ ਇੱਕ ਦੇ ਵਿੱਚੋਂ ਅੱਧਾ ਮਾਈਨਸ ਕਰਾਂਗੇ ਅੱਧਾ ਆ ਜਾਏਗਾ ਸਾਡੇ ਕੋਲ, ਇਹਦਾ ਮਤਲਬ 0.5 ਹੀ ਰਹਿ ਗਿਆ। ਸੋ 0.5 ਦਾ ਮਤਲਬ ਹੁੰਦਾ ਹੈ ਹਾਫ, ਜਿਸ ਨੂੰ ਅਸੀਂ 0.5 ਵੀ ਲਿਖਦੇ ਹਾਂ ਜਾਂ 1/2 ਵੀ ਲਿਖਦੇ ਹਾਂ। ਸੋ ਇਹ ਸਾਡੇ ਕੋਲ ਕੀ ਆ ਜਾਂਦਾ ਹੈ d ਆ ਜਾਂਦਾ ਹੈ। ਸੋ ਇਸ ਲਈ a 13 ਸਾਡੇ ਕੋਲ ਆ ਜਾਏਗਾ ਪਾਈ 0.5 ਪਲੱਸ n ਕਿੰਨਾ ਹੈ ਸਾਡੇ ਕੋਲ 13 ਮਾਈਨਸ 1 d ਕਿੰਨਾ ਹੈ ਸਾਡੇ ਕੋਲ ਫਿਰ ਪਾਈ 0.5। ਇਹ ਸਾਡੇ ਕੋਲ ਆ ਗਿਆ ਪਾਈ 0.5। ਦੇਖੋ ਪਾਈ 0. ਇਸ ਸਾਈਡ ਤੇ ਵੀ ਹੈ ਸਾਡੇ ਕੋਲ, ਇਸ ਫੈਕਟਰ ਦੇ ਵਿੱਚ ਵੀ ਇਹ ਦੋਵਾਂ ਸਾਈਡ ਤੇ ਹੈ ਸਾਡੇ ਕੋਲ। ਸੋ ਪਾਈ 0.5 ਤਾਂ ਹੋ ਗਿਆ ਕਾਮਨ ਸਾਡੇ ਕੋਲ, ਇੱਥੋਂ ਪਾਈ 0.5 ਕਾਮਨ ਗਿਆ 1 ਰਹਿ ਗਿਆ, ਪਲੱਸ ਇੱਥੇ 13 ਚੋਂ 1 ਮਾਈਨਸ ਕੀਤੇ ਸਾਡੇ ਕੋਲ ਰਹਿ ਗਿਆ 12। ਸੋ ਸਾਡੇ ਕੋਲ ਕੀ ਆ ਗਿਆ ਪਾਈ 0.5, ਇਹ ਸਾਡੇ ਕੋਲ ਆ ਗਿਆ 13। ਸੋ 12 ਤੇ 1 ਕਿੰਨੇ ਬਣ ਗਏ ਸਾਡੇ ਕੋਲ 13 ਬਣ ਜਾਂਦੇ ਹਨ। ਉਹ ਸਾਡੇ ਕੋਲ A13 ਟਰਮ ਕੀ ਆ ਗਈ A13 ਸੋ ਦੇਖਦੇ ਹਾਂ ਇਸ ਨੂੰ ਮਲਟੀਪਲਾਈ ਕਰਦੇ ਹਾਂ ਅਸੀਂ, ਪਾਈ 13 ਨੂੰ ਮਲਟੀਪਲਾਈ ਕਰਦੇ ਹਾਂ 13 ਪੰਜੇ 65, ਇਹ ਸਾਡੇ ਕੋਲ ਹੋ ਗਿਆ 65। ਹੁਣ ਦੇਖੋ ਪੁਆਇੰਟ ਤੋਂ ਬਾਅਦ ਇੱਕ ਸੰਖਿਆ ਹੈ ਸਾਡੇ ਕੋਲ, ਇੱਥੇ ਇੱਕ ਸੰਖਿਆ ਸੀ ਸੱਜੇ ਪਾਸੋਂ ਜਿਹੜਾ ਇੱਕ ਨੰਬਰ ਛੱਡ ਦੇਣਾ ਹੈ ਤੇ ਪੁਆਇੰਟ ਲਗਾ ਦੇਣਾ ਹੈ। ਸੋ ਸਾਡੇ ਕੋਲ ਆਏਗਾ ਪਾਈ 6.5। ਸੋ ਇਹ ਆ ਗਿਆ ਸਾਡੇ ਕੋਲ A13 ਜੋ ਸਾਡੇ ਕੋਲ ਆ ਗਿਆ ਪਾਈ 6.5 ਜੋ ਸਾਡਾ ਹੋਏਗਾ A13 ਜਾਂ ਜਿਸ ਨੂੰ ਅਸੀਂ ਕਹਾਂਗੇ AN ਜੋ ਸਾਡੀ ਲਾਸਟ ਟਰਮ ਹੋਏਗੀ, ਕਿਉਂਕਿ ਸਾਡੇ ਕੋਲ ਟਰਮ ਜਿਹੜੀਆਂ ਕਿੱਥੇ ਤੱਕ ਚੱਲਣੀਆਂ ਹਨ 13 ਤੱਕ ਚੱਲਣੀਆਂ ਹਨ, ਕਿਉਂਕਿ ਸਾਡੇ ਕੋਲ ਕਿੰਨੇ ਸਪਾਇਰਲ ਬਣਨੇ ਹਨ 13 ਸਪਾਇਰਲ ਬਣਨੇ ਹਨ, ਇਸ ਲਈ ਸਾਡੇ ਕੋਲ AN ਕਿੰਨਾ ਹੋ ਗਿਆ 13 ਟਰਮ। ਸੋ SN ਦਾ ਫਾਰਮੂਲਾ SN = n/2 A + AN। ਸੋ ਸਾਡੇ ਕੋਲ SN ਕਿੰਨਾ ਹੈ 13/2 ਆ ਗਿਆ ਸਾਡੇ ਕੋਲ। A ਕਿੰਨਾ ਹੈ ਸਾਡੇ ਕੋਲ ਪਾਈ 0.5 ਪਲੱਸ AN ਕਿੰਨਾ ਹੈ ਸਾਡੇ ਕੋਲ ਪਾਈ 6.5 ਹੁਣ ਸਾਰੇ 'ਚ ਦੇਖੋ ਤੁਹਾਡੇ ਕੋਲ ਜਿਹੜਾ ਪਾਈ ਹੈ ਫਿਰ ਕਾਮਨ ਜਾ ਰਿਹਾ ਹੈ, ਸਾਡੇ ਕੋਲ ਪਾਈ ਕਾਮਨ ਹੋ ਗਿਆ, ਸਾਡੇ ਕੋਲ ਰਹਿ ਗਿਆ 0.5 ਪਲੱਸ 6.5। ਸੋ 13/2 ਇਸ ਨੂੰ ਜੋੜਦੇ ਹਾਂ ਸਾਡੇ ਕੋਲ ਕਿੰਨਾ ਆਉਂਦਾ ਹੈ 0.5। ਦੇਖੋ 6.5 ਦਾ ਮਤਲਬ ਕਿ 6.5 ਦੇ ਵਿੱਚ ਅਸੀਂ ਹਾਫ ਹੋਰ ਜੋੜਨਾ ਹੈ। ਦੇਖੋ ਹਾਫ ਹੀ ਇੱਧਰ ਪਿਆ, ਹਾਫ ਹੀ ਇਸ ਸਾਈਡ ਤੇ ਪਿਆ ਹੈ, ਹਾਫ ਪਲੱਸ ਹਾਫ ਕਿੰਨਾ ਹੋ ਜਾਏਗਾ ਸਾਡੇ ਕੋਲ, ਕਿਉਂਕਿ ਅੱਧਾ ਪਲੱਸ ਅੱਧਾ ਹੋ ਜਾਏਗਾ ਸਾਡੇ ਕੋਲ। ਇਟ ਮੀਨਸ ਕਿ 0.5 ਪਲੱਸ 0.5 ਹੋ ਗਿਆ ਸਾਡੇ ਕੋਲ 1। ਸੋ 6 ਸਾਡੇ ਕੋਲ ਹੈ, 6 + 1 ਕਿੰਨਾ ਹੋ ਗਿਆ 7। ਸੋ ਇਹ ਸਾਡੇ ਕੋਲ ਆ ਗਿਆ ਪਾਈ 7। ਸੋ ਸਾਡੇ ਕੋਲ ਆ ਜਾਂਦਾ ਹੈ 13/91/2 ਨਾਲ ਸਾਡੇ ਕੋਲ ਆ ਗਿਆ ਪਾਈ। ਸੋ ਇਹ ਆ ਗਿਆ ਸਾਡੇ ਕੋਲ ਜਿਹੜਾ ਕਿ 13 ਸਪਾਇਰਲ ਜਿਹੜੇ ਸੀ ਸਾਡੇ ਕੋਲ 13 ਕੁੰਡਲੀਆਂ ਸਨ ਸਾਡੇ ਕੋਲ ਜਿਹੜੀਆਂ ਕਿ ਜਾਂ 13 ਅਰਧ ਚੱਕਰਾਂ ਦੇ ਜਿਹੜਾ ਕਿ
ਸਾਡੇ ਕੋਲ ਪਰਿਮਾਪ ਹੋਣਗੇ, ਘੇਰੇ ਹੋਣਗੇ, ਸਾਡੇ ਕੋਲ ਇਹਨਾਂ ਦੀ ਲੰਬਾਈ ਕਿੰਨੀ ਹੋਊਗੀ 91/2 ਪਾਈ। ਇਸ ਨੂੰ ਅਸੀਂ ਡਿਵਾਈਡ ਕਰ ਸਕਦੇ ਹਾਂ, ਆਨਸਰ ਕੱਢ ਸਕਦੇ ਹਾਂ। ਡਿਵਾਈਡ ਕਰ ਲਾਂਗੇ ਕਿੰਨਾ ਆਉਂਦਾ ਸਾਡੇ ਕੋਲ 2 4 8 ਆਏਗਾ ਸਾਡੇ ਕੋਲ, 2 ਚੌਕੇ 8, 1 ਬਚ ਗਿਆ 11 ਸਾਡੇ ਕੋਲ, 2 ਪੰਜੇ 10, 2 ਪੰਜੇ 10 45.5 ਪਾਈ ਜਿਹੜਾ ਸਾਡੇ ਕੋਲ ਆਨਸਰ ਜਿਹੜਾ ਉਹ ਵੀ ਹੋ ਸਕਦਾ ਹੈ। ਸਾਡੇ ਕੋਲ ਇਹ ਵੀ ਆਨਸਰ ਸਹੀ ਹੈ, ਸਾਡਾ ਇਹ ਵੀ ਆਨਸਰ ਜਿਹੜਾ ਸਹੀ ਹੈ। ਸਿਰਫ ਇਸ ਆਨਸਰ ਦੇ ਲਈ ਅਸੀਂ ਇਸ ਨੂੰ ਡਿਵਾਈਡ ਕੀਤਾ ਹੈ, ਹੋਰ ਕੁਝ ਨਹੀਂ ਕੀਤਾ ਹੈ। ਸੋ ਇਹ ਸੀ ਸਾਡਾ ਕੁਐਸਚਨ ਨੰਬਰ 18, ਜਿਸ ਦੇ ਵਿੱਚ ਸਾਡੇ ਕੋਲ ਇੱਕ ਸਪਾਇਰਲ ਦਿੱਤਾ ਗਿਆ ਸੀਗਾ, ਉਸ ਦੇ ਵਿੱਚ ਅਰਧ ਚੱਕਰ ਬਣ ਰਹੇ ਸੀ ਸਾਡੇ ਕੋਲ। ਸੋ ਇਹ ਪਹਿਲਾ ਅਰਧ ਚੱਕਰ ਬਣ ਰਿਹਾ ਸੀ ਜਿਸ ਦਾ ਸਾਡੇ ਕੋਲ ਅਰਧ ਵਿਆਸ ਕਿੰਨਾ ਸੀ 0.5। ਫਿਰ ਸਾਡੇ ਕੋਲ ਇੱਕ ਅਰਧ ਚੱਕਰ ਜਿਹੜਾ ਬਣ ਰਿਹਾ ਸੀ, ਇਹ ਦੇਖੋ ਇਹ ਵਾਲਾ ਅਰਧ ਚੱਕਰ ਜਿਹੜਾ ਕਿ ਬਣ ਰਿਹਾ ਸੀ। ਸੋ ਇਸ ਅਰਧ ਚੱਕਰ ਦਾ ਅਸੀਂ ਜਿਹੜਾ ਅਰਧ ਵਿਆਸ ਹੈ ਸਾਡੇ ਕੋਲ ਇਹ ਵਾਲਾ, ਇਹ ਕਿੰਨਾ ਹੈ ਸਾਡੇ ਕੋਲ 1 ਸੈਂਟੀਮੀਟਰ। ਫਿਰ ਇਸ ਤਰ੍ਹਾਂ ਸਾਡੇ ਕੋਲ ਇੱਕ ਚੱਕਰ ਜਿਹੜਾ ਹੋਰ ਉੱਪਰਲੀ ਸਾਈਡ ਤੇ ਇਹ ਵਾਲਾ ਅਰਧ ਚੱਕਰ ਬਣ ਰਿਹਾ ਹੈ। ਸੋ ਇਸ ਦਾ ਜਿਹੜਾ ਅਰਧ ਵਿਆਸ ਸੀ ਅਸੀਂ ਇੱਥੋਂ ਦੇਖਦੇ ਹਾਂ A ਤੋਂ, ਤਾਂ ਇਹ ਸਾਡੇ ਕੋਲ ਸੀਗਾ 1.5 ਸੈਂਟੀਮੀਟਰ। ਸੋ ਇਸ ਤਰ੍ਹਾਂ ਇੱਕ ਸਾਡੇ ਕੋਲ ਅਰਧ ਚੱਕਰ ਜਿਹੜਾ ਸੀ ਫਿਰ ਨੀਚੇ ਇਹ ਵਾਲਾ ਬਣ ਰਿਹਾ ਸੀ ਜਿਸ ਦਾ ਕੇਂਦਰ ਸਾਡੇ ਕੋਲ B ਆਣਾ ਸੀ, ਤੇ ਜਿਸ ਦਾ ਸਾਡੇ ਕੋਲ ਅਰਧ ਵਿਆਸ ਕਿੰਨਾ ਸੀ 2.0 ਸੈਂਟੀਮੀਟਰ। ਹੁਣ ਦੇਖੋ ਸਾਡੇ ਕੋਲ ਇਹ ਤਾਂ ਇਸ ਦੇ ਦੋ ਆਨਸਰ ਜਿਹੜੇ ਕਿ ਹੋ ਜਾਂਦੇ ਹਨ, ਪਰ ਇਸ ਤੋਂ ਇਲਾਵਾ ਕੋਈ ਹੋਰ ਆਨਸਰ ਜਿਹੜਾ ਅਸੀਂ ਜੇਕਰ ਪੁਆਇੰਟ ਨੂੰ ਹੀ ਖਤਮ ਕਰਨਾ ਹੋਵੇ, ਠੀਕ ਆ, ਪਾਈ ਦੀ ਵੈਲਿਊ ਅਸੀਂ ਪੁੱਟ ਕਰਾਂਗੇ। ਪਾਈ ਦੀ ਵੈਲਿਊ ਪੁੱਟ ਕਰਕੇ ਆਨਸਰ ਜਿਹੜਾ ਚੈੱਕ ਕਰਨਾ ਹੋਵੇ ਸਾਡੇ ਕੋਲ ਕੀ ਆਏਗਾ, ਇੱਕ ਵਾਰ ਅਸੀਂ ਉਹ ਵੀ ਵੇਖ ਲੈਂਦੇ ਹਾਂ। ਸੋ ਵੇਖਦੇ ਹਾਂ ਕਿ ਸਾਡੇ ਕੋਲ ਉਹ ਕਿਸ ਤਰ੍ਹਾਂ ਆਉਂਦਾ ਹੈ। ਸਾਡੇ ਕੋਲ ਹੈ ਆਨਸਰ 45.5 ਨਾਲ ਪਾਈ ਹੈ। ਅਸੀਂ ਦੇਖੋ ਲਿਖਦੇ ਹਾਂ 45.5 ਹੈ, ਪੁਆਇੰਟ ਦੀ ਜਗ੍ਹਾ ਤੇ 1 ਫਿਰ 0 ਲਗਾਇਆ। ਪਾਈ ਦੀ ਵੈਲਿਊ ਹੁੰਦੀ ਹੈ 22/7। ਸੋ ਇਹ ਹੁੰਦਾ ਹੈ ਪਾਈ ਸਾਡਾ, ਪਾਈ ਜਿਹੜਾ ਕਹਿੰਦੇ ਬਰਾਬਰ ਹੁੰਦਾ ਹੈ 22/7 ਦੇ। ਸੋ ਹੁਣ ਦੇਖੋ ਸਾਡੇ ਕੋਲ 2 11 22 ਆ ਗਿਆ, 2 ਪੰਜੇ 10 ਆ ਗਿਆ। ਸੋ 5 × 5 ਪੰਜੂ ਨਾਮ 45, 45 ਨਾਲ ਕੱਟਿਆ ਗਿਆ, ਤੇ 5 × 5 ਸਾਡੇ ਕੋਲ ਆ ਗਿਆ 91 × 11/7। 91 × 11 7 × 7। ਇਹ ਸਾਡੇ ਕੋਲ ਕਿੰਨਾ ਆਉਂਦਾ ਹੈ 11 × 11 1 ਹਾਸਲ ਆ ਗਿਆ ਸਾਡੇ ਕੋਲ। 11 ਨੇ 99 ਤਾਂ 1 100। ਇਹ ਸਾਡੇ ਕੋਲ ਆ ਗਿਆ 1001/7। ਸੋ ਜਦੋਂ ਅਸੀਂ ਇਸ ਨੂੰ ਡਿਵਾਈਡ ਕਰਦੇ ਹਾਂ ਸਾਡੇ ਕੋਲ ਆਉਂਦਾ ਹੈ 7 × 7। 3 ਬਚੇ ਸਾਡੇ ਕੋਲ 10 ਦੇ ਵਿੱਚੋਂ 30 ਬਣੇ, 7 ਚੌਕਾ 28, 2 ਬਚੇ 21 ਬਣੇ, 7 30 21, 143 ਸੈਂਟੀਮੀਟਰ ਜਿਹੜਾ ਸਾਡੇ ਕੋਲ ਵੀ ਇਹਦਾ ਆਨਸਰ ਜਿਹੜਾ ਕਿ ਹੋਵੇਗਾ। ਸੋ ਤੁਹਾਡੇ ਕੋਲ 3 ਆਨਸਰ ਆਣਗੇ। 91/2 ਇਹ ਵੀ ਆਨਸਰ ਸਹੀ ਹੈ, 45.5 ਪਾਈ ਇਹ ਵੀ ਆਨਸਰ ਸਹੀ ਹੈ, 143 ਜਦੋਂ ਤੁਸੀਂ ਪਾਈ ਦੀ ਵੈਲਿਊ ਭਰੋਗੇ ਭਰ ਦਾਂਗੇ ਪੁੱਟ ਕਰ ਦਾਂਗੇ ਤਾਂ ਸਾਡੇ ਕੋਲ ਆਨਸਰ ਆਏਗਾ 143। ਸੋ ਇਸ ਲਈ ਸਾਡੇ ਕੋਲ ਤਿੰਨੇ ਹੀ ਆਨਸਰ ਜਿਹੜੇ ਉਹ ਸਹੀ ਮੰਨੇ ਜਾਣਗੇ। ਸੋ ਧਿਆਨ ਰੱਖਣਾ ਹੈ, ਤੇ ਪਾਈ ਦੀ ਵੈਲਿਊ ਤੁਸੀਂ ਭਰ ਦਿਓ ਤਾਂ ਆਨਸਰ ਜਿਹੜਾ ਤੁਹਾਡੇ ਕੋਲ ਇੱਕ ਪ੍ਰੋਪਰ ਆਨਸਰ ਜਿਹੜਾ ਕਿ ਉਹ ਆ ਜਾਏਗਾ। ਥੈਂਕ ਯੂ।